ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਸ਼ਹੀਦ ਪਰਿਵਾਰ ਸੰਸਥਾ ਦੇ ਆਗੂ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਜੀ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਕਿ ਸਾਨਾ ਫਰੀਮੌਂਟ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਭਾਈ ਸਾਹਿਬ, ਜਿਵੇਂ ਤੁਸੀਂ ਜਾਣਦੇ ਹੋ ਕਿ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨੂੰ 14 ਸਾਲ ਬੀਤ ਗਏ ਹਨ। ਇਸ ਕਰੋਨੇ ਕਾਂਡ ਸੰਬੰਧੀ ਤੁਸੀਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਕਤਲੇਆਮ ਭਾਰਤ ਸਰਕਾਰ ਨੇ ਕਰਵਾਇਆ ਸੀ ਜੀ। ਉਦੋਂ ਅਮਰੀਕਾ ਦੇ ਰਾਸ਼ਟਰਪਤੀ ਕਲਿੰਟਨ ਇੰਡੀਆ ਗਏ ਸੀ ਜੀ, ਤੇ ਬੀਜੇਪੀ ਦੀ ਸਰਕਾਰ ਸੀ, ਤੇ ਉਦੋਂ ਇਹ ਕਤਲੇਆਮ ਬੀਜੇਪੀ ਸਰਕਾਰ ਨੇ ਸਿੱਖਾਂ ਦਾ ਕਰਵਾਇਆ ਸੀ ਕਸ਼ਮੀਰ ਦੇ ਵਿੱਚ। ਹਾਂਜੀ। ਜਿਸ ਦੇ ਸਾਰੇ ਸਬੂਤ ਜਿਹੜੇ ਸੀ ਉਹ ਉਸ ਸਮੇਂ ਮੀਡੀਆ ਦੇ ਵਿੱਚ ਪੇਸ਼ ਹੋਏ ਸੀ। ਜੀ। ਜਿਹੜਾ ਭਾਰਤੀ ਮੀਡੀਆ ਉਹ ਗੁਲਾਮ ਹੈ ਸਰਕਾਰ ਦਾ। ਹਾਂਜੀ। ਹਿੰਦੂ ਮਨ ਦਾ, ਬ੍ਰਾਹਮਣਵਾਦੀ ਸਿਸਟਮ ਦਾ ਗੁਲਾਮ ਹੈ, ਸੋ ਇਸ ਕਰਕੇ ਉਹਨੇ ਇਸ ਸੱਚ ਨੂੰ ਪੇਸ਼ ਨਹੀਂ ਕੀਤਾ। ਜੀ। ਪਰ ਖੁਦ ਰਾਸ਼ਟਰਪਤੀ ਕਲਿੰਟਨ ਨੇ ਇਸ ਬਾਰੇ ਜੋ ਗੱਲਬਾਤ ਕੀਤੀ ਸੀ, ਉਹਨਾਂ ਦੀ ਵਿਦੇਸ਼ ਮੰਤਰੀ ਸੀ, ਤੇ ਉਹਨਾਂ ਨੇ ਵੀ ਇਸ ਬਾਰੇ ਗੱਲਬਾਤ ਕੀਤੀ ਸੀ। ਇੱਕ ਕਿਤਾਬ ਵੀ ਆਈ ਸੀ ਜਿਸ ਦੇ ਵਿੱਚ ਇਸ ਕਤਲੇਆਮ ਬਾਰੇ ਸਪਸ਼ਟ ਸੀ ਕਿ ਭਾਰਤੀ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ ਉਹ ਸਿੱਖ ਕਤਲ ਕੀਤੇ ਸੀ। ਹਾਂਜੀ। ਤੇ ਉਹ ਕਤਲੇਆਮ ਕਰਵਾਉਣ ਦਾ ਮਸਲਾ ਇਹ ਦੱਸਣਾ ਸੀ ਕਿ ਸਾਨੂੰ ਮਤਲਬ ਗੁਲਾਮ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ। ਤੇ ਉਹ ਕਤਲੇਆਮ ਜਿਹੜਾ ਸੀ ਉਹ ਉਸ ਗੁਲਾਮੀ ਦੀ ਨਿਸ਼ਾਨੀ ਸੀ। ਬਿਲਕੁਲ ਜੀ। ਤੇ ਸਾਨੂੰ ਉਹ ਕਤਲੇਆਮ ਕਿਸੇ ਵੀ ਕੀਮਤ ਉੱਤੇ ਭੁੱਲਣਾ ਨਹੀਂ ਚਾਹੀਦਾ। ਸਿੱਖ ਕੌਮ ਬਹੁਤ ਮਹਾਨ ਹੈ, ਬਹੁਤ ਗ੍ਰੇਟ ਹੈ। ਹਾਂਜੀ। ਤੇ ਸਿੱਖ ਕੌਮ ਕਦੇ ਵੀ ਆਪਣੇ ਨਾਲ ਹੋਈਆਂ ਜ਼ਿਆਦਤੀਆਂ, ਜ਼ੁਲਮ ਤੇ ਕਤਲੇਆਮ, ਜੈਨੋਸਾਈਡ ਨਹੀਂ ਭੁੱਲਣਾ ਚਾਹੀਦਾ। ਉਸਨੂੰ ਹਰ ਹਾਲਤ ਵਿੱਚ ਯਾਦ ਰੱਖਣਾ ਚਾਹੀਦਾ ਜੀ। ਕਿਉਂਕਿ ਜਿਹੜੀਆਂ ਕੌਮਾਂ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਨੂੰ ਭੁੱਲ ਜਾਂਦੀਆਂ, ਉਹ ਕੌਮਾਂ ਇਸ ਸੰਸਾਰ ਦੇ ਨਕਸ਼ੇ ਤੋਂ ਵੀ ਮਿਟ ਜਾਂਦੀਆਂ। ਬਿਲਕੁਲ ਬਿਲਕੁਲ ਵੀਰ ਜੀ। ਤੇ ਸਾਨੂੰ ਉਹ ਹਰ ਵਕਤ ਆਪਣੀਆਂ ਸਿੱਖ ਨਸਲਾਂ ਨੂੰ ਦੱਸਣੀ ਚਾਹੀਦੀ ਹੈ, ਸਾਂਭ ਕੇ ਰੱਖਣੀ ਚਾਹੀਦੀ ਹੈ, ਔਰ ਹਰ ਸਾਲ ਇਹ ਗੱਲ ਕਤਲੇਆਮ ਦੇ ਰੂਪ ਦੇ ਵਿੱਚ ਮਨਾਉਣੀ ਚਾਹੀਦੀ ਹੈ ਕਿ ਬਿਨਾਂ ਕਿਸੇ ਕਸੂਰ ਦੇ ਇੰਨੇ ਸਿੱਖ ਨਿਰਦੋਸ਼, ਨਿਹੱਥੇ, ਭੋਲੇ ਭਾਲੇ ਕਤਲ ਕਰ ਦਿੱਤੇ ਗਏ। ਜੀ ਜੀ। ਹਾਂਜੀ। ਤੇ ਵੀਰ ਜੀ, ਹੁਣ ਅਸੀਂ 2014 ਦੀਆਂ ਚੋਣਾਂ ਵੱਲ ਵੀ ਆਉਂਦੇ, ਜਿਵੇਂ ਅੱਜ ਕੱਲ੍ਹ ਸਿੱਖਾਂ ਵਿੱਚ ਵੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਸਮਰਥਕ ਨਜ਼ਰ ਆ ਰਹੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਸਿੱਖਾਂ ਦੇ ਮਸਲੇ ਹੱਲ ਕਰ ਸਕੇਗੀ? ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਇਸ ਦੇ ਵਿੱਚ ਇਹ ਗੱਲ ਬੜੀ ਸਪਸ਼ਟ ਹੈ ਜੀ ਕਿ ਹਿੰਦੁਸਤਾਨ ਦੇ ਸੰਵਿਧਾਨ ਦੀ ਸਹੁੰ ਖਾ ਕੇ ਜਿਸ ਨੇ ਵੀ ਉੱਥੇ ਚੋਣਾਂ ਲੜਨੀਆਂ ਨੇ, ਹਾਂਜੀ, ਉਹ ਭਾਰਤੀ ਸੰਵਿਧਾਨ ਦੀ ਗੁਲਾਮੀ ਦੇ ਦਾਇਰੇ ਚੋਂ ਬਾਹਰ ਨਹੀਂ ਨਿਕਲ ਸਕਦਾ ਜੀ। ਹੁਣ ਭਾਵੇਂ ਆਪਾਂ ਗੱਲ ਕਰੀਏ ਕਾਂਗਰਸ ਦੀ, ਹਾਂਜੀ, ਉਹ ਵੀ ਸਾਡੀ ਕਤਲੇਆਮ ਕੀਤਾ ਉਸਨੇ। ਬੀਜੇਪੀ ਦੀ ਗੱਲ ਕਰ ਲਈਏ, ਉਸਨੇ ਵੀ ਸਾਡਾ ਕਤਲੇਆਮ ਕੀਤਾ ਜੀ। ਕਾਮਰੇਡ ਲਾ ਲਓ, ਉਹਨਾਂ ਨੇ ਵੀ ਸਾਡਾ ਕਤਲੇਆਮ ਕੀਤਾ। ਜਦ ਵੀ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਿੱਖ ਕੌਮ ਦੇ ਵਿਰੁੱਧ ਕੋਈ ਗੱਲ ਚੱਲੀ ਹੈ, ਇਹ ਸਾਰੀਆਂ ਬ੍ਰਾਹਮਣਵਾਦੀ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ। ਹਾਂਜੀ। ਤੇ ਕੇਜਰੀਵਾਲ ਦੀ ਸਰਕਾਰ ਜਾਂ ਕੇਜਰੀਵਾਲ ਵੀ ਉਸ ਸਿਸਟਮ ਤੋਂ ਬਾਹਰ ਨਹੀਂ ਹੈਗਾ। ਬਿਲਕੁਲ। ਇੱਕ ਬ੍ਰਾਹਮਣਵਾਦੀ ਪੁੱਤਰ ਹੈ ਜੀ, ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਜੀ। ਸਿਰਫ ਚੋਣਾਂ ਦੇ ਸਟੰਟ ਕਰਕੇ ਉਹ ਸਾਡੇ ਅੱਗੇ ਜੋ ਚਾਰਾ ਫੁੱਟ ਰਿਹਾ, ਸਾਡੇ ਕੁਝ ਅਣਭੋਲ ਵੀਰ ਜੋ ਅਗਿਆਨੀ ਨੇ, ਅਣਜਾਣ ਨੇ, ਬ੍ਰਾਹਮਣਵਾਦ ਦੇ ਸਿਸਟਮ ਨੂੰ ਸਮਝਦੇ ਨਹੀਂ ਜੀ, ਉਹ ਇਸ ਦਾ ਸ਼ਿਕਾਰ ਹੋ ਰਹੇ ਨੇ। ਹਾਂਜੀ। ਮੰਨ ਲਓ ਜੇ ਕੱਲ ਨੂੰ ਕੇਜਰੀਵਾਲ ਜਿੱਤ ਵੀ ਜਾਂਦਾ ਜੀ, ਉਹ ਮਾੜੀ ਮੋਟੀ ਇਨਸਾਫ ਦੀ ਗੱਲ ਜਿਹੜੀ ਕਰਦਾ ਵੀ ਹੈ, ਜਦੋਂ ਉਹ ਤਾਕਤ ਵਿੱਚ ਆ ਗਿਆ, ਉਸਦੇ ਸਾਥੀਆਂ ਨੇ ਹੀ ਉਸਨੂੰ ਇਹ ਗੱਲ ਨਹੀਂ ਕਰਨ ਦੇਣੀ। ਕਿਸੇ ਕਿਸਮ ਦਾ ਕੋਈ ਇਨਸਾਫ ਮਿਲ ਨਹੀਂ ਪਾਉਣਾ ਜੀ। ਜਿਹੜੀ ਕੇਜਰੀਵਾਲ ਦੀ ਸਰਕਾਰ ਹੋਏਗੀ, ਮੰਨ ਲਓ ਜੇ ਜਿੱਤ ਜਾਂਦੀ ਹੈ, ਤਾਂ ਉਹ ਬ੍ਰਾਹਮਣਵਾਦ ਦੀ ABCDE ਸਰਕਾਰ ਹੋਏਗੀ। ਹਾਂਜੀ। ਸੋ ਸਿੱਖ ਕੌਮ ਨੂੰ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ, ਐਵੇਂ ਵਕਤ ਖਰਾਬ ਕਰਨ ਦੀ ਬਜਾਏ ਜੀ, ਆਪਣੀ ਸਿੱਖ ਪ੍ਰਭੂਸੱਤਾ, ਖਾਲਿਸਤਾਨ ਵਾਸਤੇ ਕਾਰਜ ਕਰਨਾ ਚਾਹੀਦਾ, ਮਿਹਨਤ ਕਰਨੀ ਚਾਹੀਦੀ ਹੈ, ਤੇ ਆਪਣੀ ਸ਼ਕਤੀ ਬ੍ਰਾਹਮਣਵਾਦ ਦੀਆਂ ABCD ਟੀਮਾਂ ਵਾਸਤੇ ਆਪਣਾ ਸਮਾਂ ਜਿਹੜਾ ਉਹ ਤੇ ਆਪਣਾ ਪੈਸਾ ਜਿਹੜਾ ਉਹ ਬਰਬਾਦ ਨਹੀਂ ਕਰਨਾ ਚਾਹੀਦਾ। ਜਿਸ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਣ ਵਾਲਾ। ਬਿਲਕੁਲ। ਇਹ ਸਾਰੀ ਲਿਫਾਫੇਬਾਜ਼ੀ ਹੈਗੀ ਆ। ਜਦੋਂ ਇਹ ਸਮਾਂ ਆਇਆ ਤੇ ਸਿੱਖ ਕੌਮ ਨੂੰ ਇਨਸਾਫ ਚਾਹੀਦਾ, ਇਹਨਾਂ ਨੇ ਕਿਸੇ ਨਾ ਕਿਸੇ ਬਹਾਨੇ ਉਹ ਢਾਲ ਜਾਣਾ। ਹਾਂਜੀ। ਇਹਨਾਂ ਕਹਿਣਾ ਜੀ ਉਹ ਰਿਕਾਰਡ ਨਹੀਂ ਮਿਲਦਾ,
ਉਹਦੀ ਅਦਾਲਤਾਂ ਵਿੱਚ ਕੋਈ ਸਿਸਟਮ ਨਹੀਂ, ਕੋਈ ਗਵਾਹੀ ਨਹੀਂ, ਕੋਈ ਵਿਟਨੈਸ ਨਹੀਂ, ਐਵੀਡੈਂਸ ਨਹੀਂ। ਇਸ ਕਰਕੇ ਹੁਣ ਸਿੱਖਾਂ ਦੇ ਨਾਲ ਇਨਸਾਫ ਹੋਣਾ ਮੁਸ਼ਕਲ ਹੈ, ਕਿਉਂਕਿ ਅਸੀਂ ਸਾਬਤ ਨਹੀਂ ਕਰ ਸਕਦੇ। ਸੋ ਇਸ ਕਰਕੇ ਸਿੱਖ ਕੌਮ ਨੂੰ ਇਹ ਭੁੱਲ ਜਾਣਾ। ਹਾਲੇ ਪਿਛਲੇ ਹਫ਼ਤੇ ਦੀ ਗੱਲ ਹੈ, ਕੋਈ ਬੀਜੇਪੀ ਲੀਡਰ ਪੰਜਾਬ ਦੇ ਵਿੱਚ ਕਹਿ ਰਿਹਾ ਸੀ ਜੀ ਸਿੱਖਾਂ ਨੂੰ 84 ਭੁੱਲ ਜਾਣਾ ਚਾਹੀਦਾ ਜੀ। ਉਹ ਬਾਈ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਉਹ ਤੁਸੀਂ ਰਾਵਣ ਨੂੰ ਹਜ਼ਾਰਾਂ ਸਾਲਾਂ ਤੋਂ ਭੁੱਲੇ ਨਹੀਂ। ਬਿਲਕੁਲ। ਉਹ ਤੁਹਾਡੀ ਸੀਤਾ ਕੱਢ ਕੇ ਲੈ ਗਿਆ, ਤੁਹਾਨੂੰ ਇਹ ਨਹੀਂ ਗੱਲ ਭੁੱਲੀ ਜੀ। ਸੀਤਾ ਵਾਸਤੇ ਜੰਗ ਹੋਈ, ਤੁਹਾਨੂੰ ਇਹ ਗੱਲ ਨਹੀਂ ਭੁੱਲੀ ਜੀ। ਉਹ ਬੇਸ਼ਰਮੋ, ਸਾਨੂੰ ਆ 30 ਸਾਲ ਪਹਿਲਾਂ ਵਾਪਰੇ ਉਸ ਕਤਲੇਆਮ ਨੂੰ ਭੁੱਲਣ ਬਾਰੇ ਕਹਿ ਰਹੇ ਹੋ। ਹਾਂਜੀ। ਥੋੜੀ ਬਹੁਤੀ ਸ਼ਰਮ ਹੈ ਚਾਹੀਦੀ ਹੈ ਇਨਸਾਨ ਨੂੰ। ਬਿਲਕੁਲ ਬਿਲਕੁਲ ਵੀਰ ਜੀ। ਤੇ ਸਾਨੂੰ ਉਹਨਾਂ ਕੋਲੋਂ ਇਨਸਾਫ ਦੀ ਬਿਲਕੁਲ ਉਮੀਦ ਨਹੀਂ। ਅਸੀਂ ਉਹਨਾਂ ਕੋਲੋਂ ਇਨਸਾਫ ਦੀ ਉਮੀਦ ਰੱਖਦੇ ਨਹੀਂ, ਕਿਉਂਕਿ ਸਾਨੂੰ 30 ਸਾਲਾਂ ਤੋਂ ਇਹ ਮਿਲਿਆ ਨਹੀਂ। ਹਾਂਜੀ। ਸਾਨੂੰ ਸਿੱਖਾਂ ਨੂੰ ਗੁਰਬਾਣੀ ਦੀ ਇਹ ਮਹਾਵਾਕ ਹੈ ਜੋ ਇਹ ਯਾਦ ਰੱਖਣਾ ਚਾਹੀਦਾ। ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਬ੍ਰਾਹਮਣਾਂ ਦੇ ਹੱਥ ਵਿੱਚ ਛੁਰੀ ਫੜੀ ਹੋਈ ਹੈ, ਉਹ ਘੱਟ ਗਿਣਤੀਆਂ ਦਾ ਕਤਲੇਆਮ ਕਰਦਾ ਤੁਰਿਆ ਜਾ ਰਿਹਾ ਜੀ। ਹੋਰ ਉਹਦਾ ਕੋਈ ਏਜੰਡਾ ਨਹੀਂ, ਸਿਰਫ ਸਾਨੂੰ ਮਾਰਨੇ ਦਾ ਏਜੰਡਾ ਹੈ ਤੇ ਸਾਨੂੰ ਆਪਣੇ ਆਪ ਨੂੰ ਬਚਾਉਣਾ ਚਾਹੀਦਾ। ਬਿਲਕੁਲ ਜੀ ਜੀ। ਤੇ ਵੀਰ ਜੀ, ਜਿਵੇਂ 23 ਮਾਰਚ ਨੂੰ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਸੀ, ਜਿਸ ਭਾਰਤ ਲਈ ਉਹਨਾਂ ਨੇ ਕੁਰਬਾਨੀ ਕੀਤੀ, ਉਸ ਭਾਰਤ ਵਿੱਚ ਸ਼ਹੀਦ ਭਗਤ ਸਿੰਘ ਦੇ ਸਕੇ ਭਾਂਜੇ ਕੁਲਜੀਤ ਸਿੰਘ, ਜਿਹੜੇ ਕਿ ਪਿੰਡ ਅੰਬਾਲਾ ਜੱਟਾਂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਪੰਚ ਸਨ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ। ਕਿ ਇਹੀ ਭਾਰਤ ਦੀ ਆਜ਼ਾਦੀ ਉਹਨਾਂ ਸ਼ਹੀਦਾਂ ਦਾ ਸੁਪਨਾ ਸੀ ਜਿਨ੍ਹਾਂ ਨੇ ਫਾਂਸੀ ਦੇ ਰੱਸਿਆਂ ਨੂੰ ਹੱਸ-ਹੱਸ ਕੇ ਚੁੰਮਿਆ ਸੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਸ ਬਾਰੇ ਸਾਡੇ ਵਿਚਾਰ ਤਾਂ ਸਦਾ ਹੀ ਬੜੇ ਸਪਸ਼ਟ ਰਹੇ ਨੇ ਕਿ ਭਗਤ ਸਿੰਘ ਨਿਡਰ ਸੀ ਜੀ, ਬਹਾਦਰ ਸੀ। ਉਸ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਸੀ। ਹਾਂਜੀ। ਇਹ ਸਾਰਾ ਜਜ਼ਬਾ ਉਹਨੇ ਸਿੱਖ ਵਿਰਸੇ ਤੋਂ ਲਿਆ ਸੀ, ਪਰ ਇਹ ਬ੍ਰਾਹਮਣਵਾਦੀ ਸ਼ਕਤੀਆਂ ਸਦਾ ਹੀ ਉਸ ਨੂੰ ਹਿੰਦੂ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਨੇ ਜੀ। ਸਦਾ ਹੀ ਉਸ ਦੀ ਟੋਪੀ ਵਾਲੀ ਤਸਵੀਰ ਸਾਹਮਣੇ ਲਿਆਉਣ ਦੇ ਲਈ ਮੀਡੀਆ ਇਹਨਾਂ ਦਾ ਪੱਬਾਂ ਭਾਰ ਰਹਿੰਦਾ ਜੀ। ਤੇ ਭਗਤ ਸਿੰਘ ਜਿਸ ਆਜ਼ਾਦੀ ਵਾਸਤੇ ਕੁਰਬਾਨੀ ਕਰਕੇ ਗਿਆ, ਉਹ ਆਜ਼ਾਦੀ ਤਾਂ ਮਿਲੀ ਨਹੀਂ। ਬਿਲਕੁਲ। ਉਹ ਆਜ਼ਾਦੀ ਕਿਤੇ ਵੀ ਨਹੀਂ ਹੈਗੀ। ਅਮੀਰ ਅਮੀਰ ਹੋ ਗਿਆ, ਗਰੀਬ ਗਰੀਬ ਹੋ ਗਿਆ। ਅੱਜ ਜਿਹੜੇ ਅਮੀਰ ਨੇ ਹਿੰਦੁਸਤਾਨ ਦੇ ਜੀ, ਉਹ ਰਿਸ਼ਵਤਖੋਰ ਨੇ, ਲੁਟੇਰੇ ਨੇ, ਡਾਕੂ ਨੇ, ਜਨਤਾ ਦਾ ਪੈਸਾ ਲੁੱਟ ਕੇ ਸਵਿਟਜ਼ਰਲੈਂਡ ਦੇ ਬੈਂਕ ਭਰੀ ਜਾਂਦੇ ਨੇ। ਹਾਂਜੀ। ਭਗਤ ਸਿੰਘ ਨੇ ਇਸ ਆਜ਼ਾਦੀ ਵਾਸਤੇ ਕੁਰਬਾਨੀ ਨਹੀਂ ਸੀ ਕੀਤੀ ਕਿ ਗਰੀਬ ਜਿਹੜੇ ਨੇ ਹਿੰਦੁਸਤਾਨ ਦੇ 120 ਕਰੋੜ ਦੇ ਵਿੱਚੋਂ ਜਾਂ 110 ਕਰੋੜ ਦੇ ਵਿੱਚੋਂ 70 ਕਰੋੜ ਲੋਕ ਭੁੱਖੇ ਮਰਦੇ ਨੇ, ਜਿਨ੍ਹਾਂ ਨੂੰ 2 ਵੇਲੇ ਦੀ ਰੋਟੀ ਨਸੀਬ ਨਹੀਂ ਹੁੰਦੀ ਜੀ। ਭਗਤ ਸਿੰਘ ਦੇ ਉਹ ਗੁਣ ਗਾਉਂਦੇ ਨੇ, ਤਸਵੀਰਾਂ ਲਾਉਂਦੇ ਨੇ, ਉਹਨਾਂ ਨੂੰ ਪਤਾ ਨਹੀਂ ਕਿ ਭਗਤ ਸਿੰਘ ਦੇ ਕੀ ਵਿਚਾਰ ਸਨ। ਹਾਂਜੀ। ਭਗਤ ਸਿੰਘ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ ਸੀ, ਸਾਰਿਆਂ ਨੂੰ ਹੀ ਉਹ ਇੱਕੋ ਜਿਹੇ ਮੰਨਦਾ ਸੀ ਤੇ ਸਾਰਿਆਂ ਨੂੰ ਹੀ ਉਹ ਰੋਟੀ ਕੱਪੜਾ ਮਕਾਨ ਵਾਸਤੇ ਉਹਨੇ ਮਤਲਬ ਗੱਲਾਂ ਕੀਤੀਆਂ ਨੇ। ਬਿਲਕੁਲ ਬਿਲਕੁਲ। ਜਿਹੜੀ ਆਜ਼ਾਦੀ ਦੀ ਗੱਲ ਉਹ ਕਰਦਾ ਸੀ, ਉਹ ਆਜ਼ਾਦੀ ਬਿਲਕੁਲ ਨਹੀਂ ਹੈਗੀ ਜੀ। ਇਹ ਸਾਰਾ ਸਰਕਾਰ ਜਿਹੜੀ ਆ ਝੂਠ ਬੋਲ ਰਹੀ ਹੈ, ਸਿਰਫ ਉਹਦਾ ਨਾਂ ਵਰਤਦੀ ਹੈ ਕਿ ਦੇਸ਼ ਦੀ ਆਜ਼ਾਦੀ ਵਾਸਤੇ ਉਹ ਸ਼ਹੀਦ ਹੋ ਗਿਆ, ਪਰ ਉਹ ਐਸ ਆਜ਼ਾਦੀ ਵਾਸਤੇ ਸ਼ਹੀਦ ਨਹੀਂ ਹੋਇਆ ਜਿਹੜੀ ਹੁਣ ਆਜ਼ਾਦੀ ਅਸੀਂ ਦੇਖ ਰਹੇ ਹਾਂ। ਇਹ ਸੋ ਕਾਲਡ ਆਜ਼ਾਦੀ ਹੈ, ਇਹ ਤਾਂ ਅੰਗਰੇਜ਼ਾਂ ਦੀ ਗੁਲਾਮੀ ਨਾਲੋਂ ਵੀ ਜ਼ਿਆਦਾ ਭੈੜੀ ਹੈ। ਬਿਲਕੁਲ। ਭਗਤ ਸਿੰਘ ਦੀ ਕੁਰਬਾਨੀ ਨੂੰ ਇਹਨਾਂ ਨੇ ਰੋਲ ਦਿੱਤਾ। ਹਾਂਜੀ। ਤੇ ਉਹਦੇ ਪਰਿਵਾਰ ਦੇ ਮੈਂਬਰ ਨੂੰ ਪੁਲਿਸ ਮੁਕਾਬਲੇ ਵਿੱਚ ਕਤਲ ਕਰ ਦਿੱਤਾ ਜੀ। ਹੁਣ ਇਹ ਹਿੰਦੁਸਤਾਨ ਦਾ ਮੀਡੀਆ ਇਹ ਕਿਉਂ ਨਹੀਂ ਦੱਸਦਾ, ਹਿੰਦੁਸਤਾਨ ਦੀ ਸਰਕਾਰ ਇਹ ਕਿਉਂ ਨਹੀਂ ਦੱਸਦੀ ਕਿ ਭਗਤ ਸਿੰਘ ਤਾਂ ਉਹਨਾਂ ਦਾ ਹੀਰੋ ਹੈ ਜੀ, ਪਰ ਭਗਤ ਸਿੰਘ ਦਾ ਭਾਣਜਾ ਜਿਹੜਾ ਉਹਨੂੰ ਇਹਨਾਂ ਨੇ ਕਤਲ ਕਰ ਦਿੱਤਾ। ਹਾਂਜੀ। ਤੇ ਜਿਹੜੇ ਭਗਤ ਸਿੰਘ ਦੇ ਵਰਗੇ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਹੋਰ ਇੰਨੇ ਸ਼ਹੀਦ ਹੋਏ ਨੇ ਜੀ। 1984 ਤੋਂ ਪਹਿਲਾਂ 1982 ਤੋਂ ਸ਼ੁਰੂ ਕਰੋ, 1982 ਤੋਂ ਲੈ ਕੇ ਹੁਣ ਤੱਕ ਸਾਡਾ 1.5 ਲੱਖ ਸਿੱਖ ਇਹਨਾਂ ਨੇ ਕਤਲ ਕੀਤਾ, ਜਿਹਦੇ ਵਿੱਚ ਭਗਤ ਸਿੰਘ ਦਾ ਭਾਣਜਾ ਵੀ ਹੈ। ਹਾਂਜੀ। ਸਾਨੂੰ ਸਾਰਿਆਂ ਨੂੰ ਉਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਭਗਤ ਸਿੰਘ ਵੀ ਸ਼ਹੀਦ ਸੀ ਤੇ ਜਿਹੜੇ ਪੰਜਾਬ ਪੁਲਿਸ ਜਾਂ ਹਿੰਦੁਸਤਾਨ ਦੀ ਸਰਕਾਰ ਨੇ ਇੰਨੇ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ, ਉਹ ਵੀ ਤਾਂ ਭਗਤ ਸਿੰਘ ਹੀ ਨੇ ਜੀ। ਬਿਲਕੁਲ। ਉਹ ਸਾਨੂੰ ਕਿਉਂ ਭੁੱਲਦੇ ਨੇ? ਹਾਂਜੀ। ਉਹ ਵੀ ਸਾਨੂੰ ਯਾਦ ਰੱਖਣੇ ਚਾਹੀਦੇ ਨੇ। ਜਾਨ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ। ਬਿਲਕੁਲ। ਤੇ ਉਹ ਭਗਤ ਸਿੰਘ ਵੀ ਸਹੀ ਆਜ਼ਾਦੀ ਲਈ ਜੂਝਦਾ ਸੀ ਤੇ ਸਾਡੇ ਜਿਹੜੇ ਸਿੱਖ ਨੇ ਜਿਨ੍ਹਾਂ ਦੇ ਵਿੱਚ ਵੀ ਭਗਤ ਸਿੰਘ ਦੀ ਆਤਮਾ ਹੈਗੀ ਹੈ ਜੀ, ਕਿਉਂਕਿ ਉਹ ਸਾਰੇ ਬਹਾਦਰ ਨੇ, ਸਾਰੇ ਨਿਡਰ ਨੇ, ਇਨਸਾਫ ਲਈ ਜੂਝ ਰਹੇ ਸੀ। ਹਾਂਜੀ। ਉਹਨਾਂ ਸਾਰਿਆਂ ਨੂੰ ਇਸ ਧਰਤੀ ਤੋਂ ਐਲੀਮੀਨੇਟ ਕਰ ਦਿੱਤਾ ਭਾਰਤ ਸਰਕਾਰ ਦੁਆਰਾ ਜੀ। ਬਿਲਕੁਲ ਬਿਲਕੁਲ। ਸੋ ਉਹ ਆਜ਼ਾਦੀ ਬਿਲਕੁਲ ਨਹੀਂ ਸੀ ਹੈਗੀ ਜਿਸ ਵਾਸਤੇ ਭਗਤ ਸਿੰਘ ਜੂਝਦਾ ਸੀ। ਇਹ ਬਿਲਕੁਲ ਝੂਠਾ ਪ੍ਰਚਾਰ ਕੀਤਾ ਜਾ ਰਿਹਾ, ਗਲਤ ਪ੍ਰਚਾਰ ਕੀਤਾ ਜਾ ਰਿਹਾ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਇਹਨਾਂ ਨੇ ਇਨਸਾਫ ਦੇਣਾ ਹੁੰਦਾ
ਤਾਂ ਭਗਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਹੀ ਇੱਕ ਮਤਲਬ ਸਿੱਖ ਨੂੰ ਕਤਲ ਕਿਉਂ ਕਰਦੇ ਜੀ ਨਾ ਉਹਨੂੰ ਇਨਸਾਫ ਦਿੱਤਾ ਜਾ ਰਿਹਾ, ਰੋਲਿਆ ਜਾ ਰਿਹਾ ਉਹਨੂੰ। ਜੀ ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਸਾਡੇ ਕੋਲ ਸਵਾਲ ਸਾਡੇ ਤੁਹਾਡੇ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ। ਤੇ ਵੀਰ ਜੀ ਇਸੇ ਤਰ੍ਹਾਂ ਸਮੇਂ-ਸਮੇਂ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਅਸੀਂ ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।